ਨੈਕਸਟ ਚੈਪਟਰ ਸ਼ੁਰੂ ਕਰਦੇ ਹਾਂ। ਨੈਕਸਟ ਚੈਪਟਰ ਹੈ ਗੌਸ ਥਿਅਰਮ। ਇਹਦੇ ਅੰਦਰ ਜੋ ਅਸੀਂ ਫਸਟ ਟੌਪਿਕ ਪੜ੍ਹਾਂਗੇ ਉਹਦਾ ਨਾਮ ਹੈ ਏਰੀਆ ਵੈਕਟਰ। ਦੇਖੋ ਬੱਚੇ +1 'ਚ ਤੁਸੀਂ ਪੜ੍ਹਦੇ ਸੀਗੇ ਕਿ ਏਰੀਆ ਜੋ ਹੈ ਇੱਕ ਸਕੇਲਰ ਕੁਆਂਟਿਟੀ ਹੈ, ਠੀਕ ਹੈ। ਪਰ ਹੁਣ ਅਸੀਂ ਜਿਵੇਂ ਜਿਵੇਂ ਦੇਖੋ +1 'ਚ ਥੋੜ੍ਹਾ ਜਿਹਾ ਸਾਡਾ ਲੈਵਲ ਲੋ ਹੁੰਦਾ, +2 'ਚ ਥੋੜ੍ਹਾ ਲੈਵਲ ਹਾਈ ਹੋ ਜਾਂਦਾ। ਉਸੇ ਤਰ੍ਹਾਂ ਅਸੀਂ ਟੌਪਿਕਸ ਦੀ ਵੀ ਕੰਪਲੈਕਸਿਟੀ ਨੂੰ ਵਧਾਉਂਦੇ ਜਾਵਾਂਗੇ। ਉਦੋਂ ਤੱਕ ਅਸੀਂ ਛੋਟੀਆਂ ਪ੍ਰੋਬਲਮਸ ਪੜ੍ਹਦੇ ਸੀ, ਉਦੋਂ ਸਾਡਾ ਇਹਦੇ ਨਾਲ ਹੀ ਗੁਜ਼ਾਰਾ ਹੁੰਦਾ ਸੀ ਕਿ ਏਰੀਆ ਦਾ ਸਿਰਫ ਔਰ ਸਿਰਫ ਅਸੀਂ ਕੀ ਕੱਢ ਦਈਏ, ਸਿਰਫ ਮੈਗਨੀਟਿਊਡ ਹੀ ਕੱਢ ਦਈਏ ਤਾਂ ਉਹਦੇ ਨਾਲ ਵੀ ਅਸੀਂ ਕਹਿ ਦਿੰਦੇ ਸੀ ਕਿ ਗੁਜ਼ਾਰਾ ਚੱਲ ਰਿਹਾ ਸੀ, ਕਿਉਂਕਿ ਪ੍ਰੋਬਲਮਸ ਅਸੀਂ ਥੋੜ੍ਹੀਆਂ ਜਿਹੀਆਂ ਘੱਟ ਕੰਪਲੈਕਸ ਕੰਸੀਡਰ ਕਰ ਰਹੇ ਸੀ। ਸਕੇਲਰ ਕੁਆਂਟਿਟੀ ਸਭ ਨੂੰ ਪਤਾ ਹੈ ਕਿ ਸਿਰਫ ਔਰ ਸਿਰਫ ਉਹ ਵਾਲੀਆਂ ਕੁਆਂਟਿਟੀਜ਼ ਜਿਨ੍ਹਾਂ ਦੇ ਲਈ ਸਿਰਫ ਮੈਗਨੀਟਿਊਡ ਦੀ ਹੀ ਜ਼ਰੂਰਤ ਹੈ, ਉਹਨਾਂ ਦੀ ਡਾਇਰੈਕਸ਼ਨ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਅਸੀਂ ਕੀ ਕਵਾਂਗੇ ਕਿ ਏਰੀਆ ਜੋ ਹੈ ਕੁਛ ਇੱਦਾਂ ਦੀਆਂ ਕੰਪਲੈਕਸ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਦੇ ਅੰਦਰ ਸਿਰਫ ਮੈਗਨੀਟਿਊਡ ਦੀ ਨਹੀਂ ਜ਼ਰੂਰਤ ਹੁੰਦੀ, ਉਹਦੇ ਨਾਲ ਨਾਲ ਜੋ ਏਰੀਆ ਹੈ ਉਹਦੀ ਓਰੀਐਂਟੇਸ਼ਨ ਮਤਲਬ ਡਾਇਰੈਕਸ਼ਨ ਦੀ ਵੀ ਜ਼ਰੂਰਤ ਹੈ। ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਾਂਗੇ। ਐਗਜ਼ਾਮਪਲ ਅਸੀਂ ਕੀ ਕੰਸੀਡਰ ਕਰਦੇ ਹਾਂ, ਸਪੋਜ਼ ਅਸੀਂ ਇੱਕ ਜੋ ਹੈ ਰਿੰਗ ਕਹਿ ਦਈਏ ਜਾਂ ਅਸੀਂ 2 ਡਾਇਮੈਂਸ਼ਨਲ ਕੋਈ ਵੀ ਆਬਜੈਕਟ ਕੰਸੀਡਰ ਕੀਤਾ, ਜਿਵੇਂ ਪਾਈਪ ਟਾਈਪ ਕੋਈ ਚੀਜ਼ ਅਸੀਂ ਲੈ ਕੇ ਚੱਲਦੇ ਹਾਂ, ਠੀਕ ਹੈ। ਹੁਣ ਅਸੀਂ ਕੀ ਕਹਿ ਰਹੇ ਹਾਂ, ਇਸ ਰਿੰਗ ਦੇ ਅੰਦਰ ਅਸੀਂ ਵਾਟਰ ਨੂੰ ਫਲੋ ਕਰਵਾਉਣਾ ਹੈ ਕੁਛ ਇਸ ਡਾਇਰੈਕਸ਼ਨ 'ਚ, ਮਤਲਬ ਇਸ ਡਾਇਰੈਕਸ਼ਨ 'ਚ ਕੀ ਹੈ, ਕੁਛ ਵਾਟਰ ਹੈ ਜੋ ਪਾਸ ਕਰ ਰਿਹਾ ਇਸ 2 ਡਾਇਮੈਂਸ਼ਨਲ ਰਿੰਗ ਦੇ ਵਿੱਚੋਂ। ਹੁਣ ਦੇਖੋ ਰਿੰਗ ਦੀ ਓਰੀਐਂਟੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੋਏਗੀ ਇੱਥੇ। ਕਿਉਂ? ਕਿਸ ਕੇਸ 'ਚ ਅਸੀਂ ਦੋ ਕੇਸਿਸ ਕੰਸੀਡਰ ਕਰਦੇ ਹਾਂ। ਇੱਕ ਕੇਸ 'ਚ ਅਸੀਂ ਇਸ ਤਰ੍ਹਾਂ ਰਿੰਗ ਨੂੰ ਰੱਖਿਆ, ਦੂਸਰੇ ਕੇਸ 'ਚ ਅਸੀਂ ਰਿੰਗ ਨੂੰ ਵਰਟੀਕਲੀ ਨਹੀਂ ਰੱਖਾਂਗੇ, ਅਸੀਂ ਹੌਰੀਜੋਂਟਲੀ ਇਸ ਤਰ੍ਹਾਂ ਰੱਖਿਆ, ਠੀਕ ਹੈ। ਫਿਰ ਇਹਦੇ 'ਚੋਂ ਵਾਟਰ ਜੋ ਹੈ ਪਾਸ ਕਰਾ ਰਹੇ ਆ, ਵਾਟਰ ਫਲੋ ਕਰਵਾ ਰਹੇ ਇਹਦੇ 'ਚੋਂ, ਠੀਕ। ਹੁਣ ਅਸੀਂ ਇਹ ਦੋਨਾਂ ਸਿਚੁਏਸ਼ਨਸ ਨੂੰ ਜੇ ਧਿਆਨ ਨਾਲ ਦੇਖੀਏ, ਇੱਕ ਕੇਸ 'ਚ ਅਸੀਂ ਰਿੰਗ ਨੂੰ ਕਿੱਦਾਂ ਰੱਖਿਆ ਹੈ, ਵਰਟੀਕਲ ਰੱਖਿਆ ਹੈ ਔਰ ਵਾਟਰ ਨੂੰ ਫਲੋ ਕਰਵਾ ਦਿੱਤਾ ਇਹਦੀ ਪਰਪੈਂਡੀਕੂਲਰ ਡਾਇਰੈਕਸ਼ਨ 'ਚ। ਦੂਸਰੇ ਕੇਸ 'ਚ ਅਸੀਂ ਵਾਟਰ ਅਤੇ ਰਿੰਗ ਦੋਨਾਂ ਨੂੰ ਕੀ ਰੱਖਿਆ ਹੈ, ਪੈਰਲਰ ਕੰਸੀਡਰ ਕੀਤਾ ਹੈ। ਤਾਂ ਹੁਣ ਅਗਰ ਅਸੀਂ ਇਹਨਾਂ ਦੋਨਾਂ ਡਾਇਆਗ੍ਰਾਮਸ ਨੂੰ ਵਿਜ਼ੂਅਲਾਈਜ਼ ਕਰੀਏ ਜਾਂ ਵੈਸੇ ਵੀ ਅਸੀਂ ਇਮੇਜਿਨ ਕਰਦੇ ਹਾਂ ਅਗਰ ਇਸ ਸਿਚੁਏਸ਼ਨ ਨੂੰ, ਤਾਂ ਕੀ ਲੱਗਦਾ ਕਿਸ ਸਿਚੁਏਸ਼ਨ 'ਚ ਵਾਟਰ ਦਾ ਫਲੋ ਜਿਹੜਾ ਹੈ ਉਹ ਮੈਕਸੀਮਮ ਹੋਏਗਾ। ਅਸੀਂ ਕੀ ਦੇਖਣਾ ਹੈ ਕਿ ਇਹਨਾਂ ਦੋਨਾਂ ਸਿਚੁਏਸ਼ਨਸ 'ਚੋਂ ਕਿਸ ਸਿਚੁਏਸ਼ਨ 'ਚ ਵਾਟਰ ਦਾ ਫਲੋ ਜੋ ਹੈ ਉਹ ਕੀ ਹੈ, ਮੈਕਸੀਮਮ ਹੈ। ਤਾਂ ਓਬਵੀਅਸਲੀ ਇਸ ਕੇਸ 'ਚ ਮੈਕਸੀਮਮ ਹੋਏਗਾ ਨਾ, ਕਿਉਂਕਿ ਇਸ ਕੇਸ 'ਚ ਜੇ ਅਸੀਂ ਉਸੇ ਡਾਇਰੈਕਸ਼ਨ 'ਚ ਹੌਰੀਜੋਂਟਲੀ ਹੀ ਰੱਖ ਲਿਆ ਰਿੰਗ ਨੂੰ, ਤਾਂ ਵਾਟਰ ਜਿਹੜਾ ਹੈ ਮਿਨੀਮਮ ਫਲੋ ਕਰੇਗਾ, ਇਸ ਕੇਸ 'ਚ ਮਿਨੀਮਮ ਹੋਏਗਾ। ਔਰ ਇਸ ਕੇਸ 'ਚ ਅਸੀਂ ਕਵਾਂਗੇ ਵਾਟਰ ਜੋ ਹੈ ਮੈਕਸੀਮਮ ਇਹਦੇ 'ਚੋਂ ਫਲੋ ਕਰ ਸਕਦਾ ਜਦੋਂ ਅਸੀਂ ਰਿੰਗ ਨੂੰ ਕਿੱਦਾਂ ਰੱਖਿਆ, ਵਰਟੀਕਲ ਰੱਖਿਆ। ਔਰ ਜਦੋਂ ਅਸੀਂ ਰਿੰਗ ਨੂੰ ਹੌਰੀਜੋਂਟਲ ਰੱਖਦੇ ਹਾਂ ਉਸ ਕੇਸ 'ਚ ਕੀ ਹੈ, ਮਿਨੀਮਮ ਵਾਟਰ ਜਿਹੜਾ ਹੈ ਉਹ ਫਲੋ ਕਰੇਗਾ। ਇਟ ਮੀਨਸ ਇਹ ਜੋ ਰਿੰਗ ਦੀ ਜੋ ਹੈ ਓਰੀਐਂਟੇਸ਼ਨ ਹੈ, ਉਹਦੇ ਤੋਂ ਸਾਨੂੰ ਕੀ ਚੀਜ਼ ਪਤਾ ਚੱਲ ਰਹੀ ਹੈ ਕਿ ਕਿੰਨਾ ਵਾਟਰ ਫਲੋ ਕਰੇਗਾ। ਇਹਦਾ ਮਤਲਬ ਹੁਣ ਰਿੰਗ ਕੀ ਹੈ, ਇੱਕ 2 ਡਾਇਮੈਂਸ਼ਨਲ ਆਬਜੈਕਟ ਹੈ, ਮਤਲਬ ਇਹਦਾ ਅਸੀਂ ਏਰੀਆ ਫਾਈਂਡ ਕਰ ਸਕਦੇ ਹਾਂ। ਤਾਂ ਰਿੰਗ ਦਾ ਜੋ ਹੈ ਏਰੀਆ, ਉਹਦੇ ਤੋਂ ਮੈਨੂੰ ਕੀ ਪਤਾ ਚੱਲ ਰਿਹਾ ਇਸ ਐਗਜ਼ਾਮਪਲ 'ਚ ਕਿ ਵਾਟਰ ਕਿਸ ਕੇਸ 'ਚ ਮੈਕਸੀਮਮ ਫਲੋ ਕਰੇਗਾ। ਇਹਦਾ ਮਤਲਬ ਕੁਛ ਇੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਦੇ ਅੰਦਰ ਸਿਰਫ ਮੈਗਨੀਟਿਊਡ ਆਫ ਏਰੀਆ ਇਜ਼ ਨੋਟ ਸਫੀਸ਼ੀਐਂਟ, ਉਹਦਾ ਓਰੀਐਂਟੇਸ਼ਨ ਵੀ ਇੰਪੋਰਟੈਂਟ ਹੈ, ਠੀਕ ਹੈ। ਤਾਂ ਅਸੀਂ ਕਵਾਂਗੇ ਏਰੀਆ ਜੋ ਹੈ ਵੈਕਟਰ ਕੁਆਂਟਿਟੀ ਹੈ। +1 'ਚ ਅਸੀਂ ਏਰੀਆ ਨੂੰ ਕਹਿ ਰਹੇ ਸੀ ਸਕੇਲਰ, ਨੋ ਡਾਊਟ ਉਹ ਚੀਜ਼ ਗਲਤ ਨਹੀਂ ਸੀ, ਪਰ ਉਹਦੇ 'ਚ ਅਸੀਂ ਕਹਿ ਰਹੇ ਸੀ ਐਗਜ਼ਾਮਪਲਸ ਇਸ ਤਰ੍ਹਾਂ ਦੀਆਂ ਲੈ ਰਹੇ ਸੀ ਜੋ ਥੋੜ੍ਹੀਆਂ ਜਿਹੀਆਂ ਕੰਪਲੈਕਸ ਕੱਟ ਸੀ। ਉਹਨਾਂ 'ਚ ਸਿਰਫ ਮੈਗਨੀਟਿਊਡ ਬਾਰੇ ਗੱਲ ਕਰੀਏ ਤਾਂ ਉੱਥੇ ਅਸੀਂ ਬੋਲਦੇ ਸੀ ਸਫੀਸ਼ੀਐਂਟ ਹੈ। ਪਰ ਹੁਣ ਕੁਛ ਇਸ ਤਰ੍ਹਾਂ ਦੇ ਐਗਜ਼ਾਮਪਲਸ ਕੰਸੀਡਰ ਕਰ ਰਹੇ ਹਾਂ ਜਿਹਦੇ 'ਚ ਏਰੀਆ ਦਾ ਵੈਕਟਰ ਕੁਆਂਟਿਟੀ ਹੋਣਾ ਜ਼ਰੂਰੀ ਹੈ, ਮਤਲਬ ਓਰੀਐਂਟੇਸ਼ਨ ਵੀ ਇੰਪੋਰਟੈਂਟ ਹੈ, ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਅਗਰ ਏਰੀਆ ਇੱਕ ਵੈਕਟਰ ਕੁਆਂਟਿਟੀ ਹੈ, ਸਪੋਜ਼ ਮੈਂ ਕੋਈ ਵੀ ਇੱਕ ਸ਼ੀਟ ਅਗਰ ਕੰਸੀਡਰ ਕਰ ਰਹੀ ਹਾਂ,
ठीक है। ਤਾਂ ਹੁਣ ਉਹ ਵੈਕਟਰ ਜਿਹੜਾ ਹੈ ਉਹਦੀ ਕੋਈ ਡਾਇਰੈਕਸ਼ਨ ਹੋਏਗੀ, ਤਾਂ ਵੈਕਟਰ ਦੀ ਡਾਇਰੈਕਸ਼ਨ ਹਮੇਸ਼ਾ ਜੋ ਵੀ ਏਰੀਆ ਕੰਸੀਡਰ ਕਰ ਰਹੇ ਹਾਂ ਉਹਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਹੋਏਗੀ। मतलब जो वेक्टर, क्योंकि असी बोलिया ना एरिया की है एक वेक्टर क्वांटिटी है, तो वेक्टर क्वांटिटी है तो कोई वेक्टर ही उसकी डायरेक्शन दसेगा। इस केस च देख लो ये सारे वेक्टर्स केड़ी डायरेक्शन च है, नॉर्मल टू दैट सरफेस। इसलिए असी इत्थों कंक्लूजन कढ़िया कि अगर असी किसी भी ऑब्जेक्ट जो 2 डायमेंशनल है ਉਹਦਾ एरिया वैक्टर दिखाना है, ਉਹਦੀ डायरेक्शन दिखानी है, तो सानू एक परपेंडिकुलर ड्रॉ करना पएगा। ठीक है। सपोज ये वाला जो एरिया है ये कितना है, ds है, और जो वैक्टर ਇਹਦੇ परपेंडिकुलर होएगा वो सानू की दसेगा, इस एरिया दी डायरेक्शन दसेगा। और ये हमेशा इस जो भी ऑब्जेक्ट असी कंसिडर किया ਉਹਦੇ परपेंडिकुलर ही ड्रॉ करना है। ठीक है। और इस चीज़ ਨੂੰ ਅਸੀਂ ਇਸ ਤਰ੍ਹਾਂ भी लिख सकते हैं ds n कैप। क्यों? क्योंकि देखो यूनिट वैक्टर अगर मैं n कैप लिखना है, यूनिट वैक्टर की की डेफिनेशन होंगी आ वैक्टर डिवाइडेड बाय इट्स मैग्नीट्यूड। तो ds वैक्टर ਨੂੰ ਅਸੀਂ लिख सकते हैं n कैप ds। ठीक है जी। इत्थों असी की कंक्लूजन किया है इस आर्टिकल 'च, एरिया एक वैक्टर क्वांटिटी है, तो किसी भी ऑब्जेक्ट दे परपेंडिकुलर अगर असी ड्रॉ करते हाँ कोई वैक्टर, तो वो वैक्टर केड़ा है, एरिया वैक्टर। और उन्होंने असी किद्दां लिखते हैं, ds वैक्टर इज इक्वल टू ds n कैप।